ਸਤਿ ਸ਼੍ਰੀ ਅਕਾਲ। ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ। ਬੁਲੇਟਿਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲੇ ਨਜ਼ਰ ਹੈਡਲਾਈਨਸ ਤੇ। ਹਰਿਆਣਾ ਸਰਕਾਰ ਦੇ ਵੱਲੋਂ ਹਜ਼ਾਰਾਂ ਕਿਸਾਨ ਆਗੂਆਂ ਦੇ ਖਿਲਾਫ ਮਾਮਲਾ ਦਰਜ। ਬੈਰੀਕੇਡਿੰਗ ਤੋੜਨ ਤੇ ਪੁਲਿਸ ਨਾਲ ਉਲਝਣ ਦੇ ਲੱਗੇ ਇਲਜ਼ਾਮ। ਕਿਸਾਨਾਂ ਦੇ ਖਿਲਾਫ ਲਗਾਈ ਧਾਰਾ 307। ਪੰਜਾਬ ਅੰਦਰ ਚੋਣਾਂ ਕਰਵਾਉਣ ਦਾ ਰਾਹ ਹੋਇਆ ਪੱਧਰਾ। ਨਗਰ ਕੌਂਸਲ ਚੋਣਾਂ ਲਈ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ। 13 ਫਰਵਰੀ 2021 ਤੱਕ ਚੋਣਾਂ ਕਰਵਾਉਣ ਦੇ ਹੁਕਮ। ਕਿਸਾਨਾਂ ਦੇ ਅੰਦੋਲਨ ਅੱਗੇ ਝੁਕੀ ਕੇਂਦਰ ਸਰਕਾਰ। ਬਰਾੜੀ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ। ਕਿਸਾਨਾਂ ਦਾ ਐਲਾਨ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਪਰਤਣਗੇ ਵਾਪਸ। ਪੱਕਾ ਮੋਰਚਾ ਲਾਉਣ ਤੇ ਵੀ ਕਿਸਾਨ ਅੱਜ ਲੈ ਸਕਦੇ ਨੇ ਫੈਸਲਾ। ਅੰਮ੍ਰਿਤਸਰ 'ਚ ਜਾਸੂਸੀ ਦੇ ਆਰੋਪ 'ਚ BSF ਜਵਾਨ ਗ੍ਰਿਫਤਾਰ। ਮੁਲਜ਼ਮ ਦੇ ਕੋਲੋਂ ਮੋਬਾਈਲ ਕੀਤਾ ਜ਼ਬਤ। ਪਾਕ ਦੀ ਖੁਫੀਆ ਏਜੰਸੀ ਨੂੰ ਸੰਦੇਸ਼ ਭੇਜਣ ਦੇ ਨੇ ਇਲਜ਼ਾਮ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਕਾਰ 'ਚ ਲੱਗੀ ਅੱਗ। ਸਮਾਂ ਰਹਿੰਦਿਆਂ ਕਾਰ ਸਵਾਰ ਨਿਕਲੇ ਬਾਹਰ। ਬਾਲ-ਬਾਲ ਹੋਇਆ ਪਰਿਵਾਰ ਦਾ ਬਚਾਅ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ਤੇ ਕਾਬੂ। तो बुलेटिन की शुरुआत करते हैं। हरियाणा सरकार के वलों हज़ारां किसान आगुआं के खिलाफ मामला दर्ज किया गया था। बेशक किसान जिहड़े ने उन्हां दे वलों धरना लगाया गया। दिल्ली दे विच दिल्ली कूच किया गया सी। 2 दिन दे विच बैरीकेडिंग तोड़ते हुए किसान अगे वधे सन ते हुण हरियाणा सरकार के वलों हज़ारां किसान आगुआं के खिलाफ धारा 307 भी लगाई गई है। FIR दर्ज की गई है। मामला दर्ज कर लिया गया है। पुलिस के नाल उलझन दे भी इल्जाम लगे ने। बैरीकेडिंग तोड़ी गई सी। नियमां दी उलंघना करन ते पुलिस नाल उलझन दे इल्जाम लगाउंदियां किसानां दे खिलाफ धारा 307 भी लगाई गई है। जिथे केंद्र सरकार किसानां दे अंदोलन अगे चुकी है, उत्थे हरियाणा सरकार दे वल्लों हज़ारां किसान आगुआं दे खिलाफ मामला दर्ज कर लिया गया है। FIR दर्ज की गई है। धारा 307 भी लगाई गई है। सो पुलिस दे नाल उलझन दे इल्जाम लगाए गए ने किसान आगुआं दे उत्ते, जिस कारण धारा 307 भी किसानां दे खिलाफ लगाई गई है। पर्चे दर्ज किए गए ने जिन्हां किसानां दे वल्लों आगुआं दे वल्लों बैरीकेडिंग तोड़ के दिल्ली वल नूं कूच किया गया सी। हरियाणा सरकार दे वल्लों रोकण दी कोशिश की गई सी ते किसान जिहड़े ने दिल्ली वल नूं वधदे गए। बैरीकेडिंग तोड़ी गई। हर मुश्किल का सामना किया गया सी ते हुण हरियाणा सरकार दे वल्लों हज़ारां किसान आगुआं दे खिलाफ मामला दर्ज कर लिया गया है। तो उधर केंद्र सरकार नूं किसानां दे विरोध दे सामने झुकना पिया। दिल्ली विच पुलिस नाल होए भारी हंगामे तो बाद किसानां नूं दिल्ली दे बुराड़ी ग्राउंड विच प्रदर्शन करने की मंजूरी मिल गई है। हालांकि किसान इस दौरान दिल्ली के किसी होर इलाके च नहीं जा सकणगे ते नाल ही इस दौरान पुलिस किसानां दे नाल ही रहेगी। ਸਿੰਘੂ ਬਾਰਡਰ ਤੇ ਕਿਸਾਨਾਂ ਤੇ ਪੁਲਿਸ ਦਰਮਿਆਨ ਜੰਮ ਕੇ ਹੰਗਾਮਾ ਵੀ ਹੋਇਆ ਹੈ। ਕਿਸਾਨਾਂ ਨੇ ਪੁਲਿਸ ਤੇ ਪਥਰਾਅ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਵੀ ਪਾਣੀ ਦੀਆਂ ਬੌਛਾੜਾਂ ਚਲਾਈਆਂ, ਹੰਝੂ ਗੈਸ ਤੇ ਗੋਲੇ ਦਾਗੇ। ਸੁਕੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹਰ ਰੁਕਾਵਟ ਨੂੰ ਪਾਰ ਕਰਦਿਆਂ ਕਿਸਾਨ ਦਿੱਲੀ ਪਹੁੰਚੇ ਤੇ ਦਿੱਲੀ ਦੇ ਬੁਰਾੜੀ ग्राउंड ਦੇ ਵਿੱਚ ਪ੍ਰਦਰਸ਼ਨ ਦੀ ਇਜਾਜ਼ਤ ਵੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਜਥੇ 'ਚ 3 ਲੱਖ ਲੋਕ ਨੇ, ਇਸ ਲਈ ਉਹ ਬਿਨਾਂ ਦਿੱਲੀ ਪਹੁੰਚੇ ਵਾਪਸ ਨਹੀਂ ਪਰਤਣਗੇ। ਤੇ ਹੁਣ ਵੀ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਨਹੀਂ ਪਰਤਣਗੇ। ਸੋ ਕਿਸਾਨ ਅਜੇ ਵੀ ਦਿੱਲੀ ਦੇ ਵਿੱਚ ਡਟੇ ਹੋਏ ਨੇ, ਧਰਨਾ ਦਿੱਤਾ ਜਾ ਰਿਹਾ। ਤੇ ਉਧਰ ਹੀ ਸਾਡੇ ਪੱਤਰਕਾਰ ਗਗਨ ਸ਼ੁਕਲਾ ਦਿੱਲੀ 'ਚ ਮੌਜੂਦ ਨੇ, ਜਿਨ੍ਹਾਂ ਵੱਲੋਂ ਸਵੇਰ ਸਮੇਂ ਕਿਸਾਨਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਨਵਾਂ ਦਿਨ ਚੜਿਆ, ਜਿਸ ਦੀ ਸ਼ੁਰੂਆਤ ਜਿਹੜੀ ਕਿਸਾਨਾਂ ਨੂੰ ਅੱਜ ਫਿਰ ਤੋਂ ਕਰਨੀ ਹੈ। ਸੋ ਕਿਸ ਤਰ੍ਹਾਂ ਦਿਨ ਦੀ ਸ਼ੁਰੂਆਤ ਹੋ ਰਹੀ ਹੈ, ਵੇਖੋ ਆਪਣੇ ਖਾਣ ਪੀਣ ਦੇ ਲਈ ਜਿਹੜਾ ਸਾਜੋ ਸਮਾਨ ਘਰੋਂ ਲੈ ਕੇ ਆਏ ਨੇ, ਖਾਣੇ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਨਵਾਂ ਦਿਨ ਚੜਿਆ ਤੇ ਅੱਜ ਫਿਰ ਇੱਕ ਵਾਰ ਜਿਹੜੀ ਉਹ ਕੇਂਦਰ ਸਰਕਾਰ ਨਾਲ ਨਵੇਂ ਦਿਨ ਦੀ ਲੜਾਈ ਸ਼ੁਰੂ ਹੋਵੇਗੀ। ਕਿਉਂਕਿ ਕਿਸਾਨ ਨੇ ਉਹ ਜਿਹੜੇ ਜਿੱਤ ਅੜੇ ਹੋਏ ਨੇ ਕਿ ਅਸੀਂ ਇੱਥੇ ਬੈਠਾਂਗੇ, ਜਿਹੜੇ ਕਾਨੂੰਨ ਨੇ ਉਹ ਅਸੀਂ ਵਾਪਸ ਕਰਕੇ ਜਾਵਾਂਗੇ। ਤਸਵੀਰਾਂ ਅੱਗੇ ਤੱਕ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਆ ਉਹ ਕਿਸਾਨਾਂ ਵੱਲੋਂ ਉਹ ਕੀਤੇ ਜਾਂਦੇ ਨੇ। ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਤੁਹਾਨੂੰ ਟਰਾਲੀਆਂ, ਟਰੈਕਟਰ ਔਰ ਲੰਬੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਵੇਖਣ ਨੂੰ ਮਿਲਣਗੇ। ਇਹ ਤਸਵੀਰਾਂ ਨੇ ਦਿੱਲੀ ਦੀਆਂ। ਵੇਖ ਪਾ ਰਹੇ ਤੁਸੀਂ ਦੇਸ਼ ਦਾ ਅੰਨਦਾਤਾ ਕਿਸ ਤਰ੍ਹਾਂ ਸੜਕਾਂ ਤੇ ਰੁਲਦਾ ਹੈ ਤੇ ਆਪਣੇ ਹੱਕਾਂ ਦੇ ਲਈ, ਆਪਣੀਆਂ ਹੀ ਸਰਕਾਰਾਂ ਤੋਂ ਮੰਗਾਂ ਮਨਵਾਉਣ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਸੰਘਰਸ਼ ਨੇ ਉਹ ਕਰਨੇ ਪੈਂਦੇ ਨੇ। ਇਹ ਉਮਰ ਦਰਾਜ਼ ਬਜ਼ੁਰਗ ਨੇ, ਵੇਖ ਪਾ ਰਹੇ ਹੋ ਤੁਸੀਂ। ਹਾਲਾਂਕਿ ਸਿਹਤ ਇਜਾਜ਼ਤ ਨਹੀਂ ਦਿੰਦੀ, ਪਰ ਜੰਗ ਸਰਕਾਰ ਦੇ ਵਿਰੁੱਧ ਜਿਹੜਾ ਜੰਗ ਲੜਨ ਦੇ ਲਈ ਉਹ ਦਿੱਲੀ ਪਹੁੰਚੇ ਹੋਏ ਨੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਪੇਚਾ ਸੈਂਟਰ ਨਾ ਪੈ ਗਿਆ ਬਾਪੂ, ਬੋਲੋ ਕੁਛ। ਬੋਲ ਬਾਬਾ ਜੀ, ਜਿਹੜਾ ਪੇਚਾ ਹੈ ਉਹ ਸੈਂਟਰ ਨਾ ਪਿਆ, ਤਗੜੇ ਹੋ? ਹਾਂਜੀ ਹਾਂਜੀ ਤਗੜਾ ਚਾਹੀਦਾ ਜੀ, ਪੇਚਾ ਚਾਹੀਦਾ ਵੀ ਪੈਣਾ। ਅਸੀਂ ਆਪਣੇ ਹੱਕ ਲੈਣ ਆਏ ਹਾਂ। ਹਾਂਜੀ ਅਸੀਂ ਫਸਲ ਜਾਣਾ ਆ ਤਾਂ ਸਾਡੀ ਫਸਲ ਜ਼ਿਆਦਾ ਵਿਕੂਗੀ, ਮਹਿੰਗੀ। ਅਸੀਂ ਆ ਵਿੱਚੋਂ ਕੋਈ ਗੌਰਮੈਂਟ ਲਵੇ ਖਰੀਦੇ। ਅਸੀਂ ਤਾਂ ਇਸ ਬੰਦੇ ਨਾਲ ਪੇਚਾ ਪੂਰ ਪਾਉਣ ਨੂੰ ਐਨ ਖੜੇ ਆ। ਜਿੰਦਾਬਾਦ। ਬਾਪੂ ਕਿੱਥੇ ਆਏ ਹੋ? ਦਿੱਲੀ ਆ। ਕਿੱਥੋਂ ਆਏ ਹੋ? ਅਸੀਂ ਨਵਾਂ ਸ਼ਹਿਰ ਇਲਾਕਾ ਭਾਨਮਜਾਰਾ ਪਿੰਡ। ਹਾਂਜੀ ਜਦ ਘਰੋਂ ਚੱਲੇ ਸੀ ਐਵੇਂ ਨਹੀਂ ਲੱਗਿਆ ਕਿ ਮੇਰੀ ਸਿਹਤ ਠੀਕ ਨਹੀਂ ਹੈਗੀ, ਮੈਂ ਢਿੱਲਾ ਨਾ ਹੋ ਜਾਵਾਂ? ਨਹੀਂ ਜਾਵਾਂਗੇ, ਢਿੱਲੇ ਕਿੱਦਾਂ ਹੋ ਜਾਏ, ਭਾਵੇਂ ਮਰ ਜਾਈਏ, ਛੱਡਣਾ ਨਹੀਂ ਹੈਗਾ। ਹਾਂ ਛੱਡਾਂਗੇ ਬਿਲਕੁਲ। ਸਰਕਾਰ ਕਰੀ ਗਰਾਊਂਡ 'ਚ ਬਹਿ ਜਾਓ ਆ ਕੇ। ਨਹੀਂ ਬੈਠਣਾ, ਇੱਥੇ ਬੈਠਣਾ। ਹਾਂ ਤੁਸੀਂ ਵੇਖ ਪਾ ਰਹੇ ਹੋ ਕਿਸ ਤਰ੍ਹਾਂ ਦਾ ਜਿਹੜਾ ਹੌਸਲਾ, ਜਜ਼ਬਾ ਹੈ। ਉਮਰ ਕੋਈ ਵੀ ਹੋਵੇ, ਕਿਸੇ ਤਰ੍ਹਾਂ ਦੀ ਵੀ ਹੋਵੇ। ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਕਹਿਣਾ ਚਾਹੁੰਦੇ ਅਸੀਂ ਜਦ ਤੱਕ ਸਾਡੇ ਕਾਨੂੰਨ, ਕਾਲੇ ਕਾਨੂੰਨ ਜਿਹੜੇ 3 ਵਾਪਸ ਨਹੀਂ ਹੁੰਦੇ ਨਾ, ਜਦ ਤੱਕ ਨਹੀਂ ਆਪਾਂ ਜਾਵਾਂਗੇ। ਬਿਲਕੁਲ ਆਪਾਂ ਵੱਜਾਂਗੇ ਇੱਥੇ ਰਾਹ ਰੋਡ ਤੇ ਰੋਡ ਤੇ। ਤੁਸੀਂ ਵੇਖ ਪਾ ਰਹੇ ਹੋ ਹਰ ਉਮਰ ਦਾ ਵਿਅਕਤੀ ਉਹ ਜੰਗ ਦੇ ਐਲਾਨ ਦੇ ਵਿੱਚ ਮੂਡ ਹੈ ਜਿਹੜਾ ਉਹਦਾ ਪੂਰਾ ਜਿਹੜਾ ਹਾਈ ਹੈ, ਕਿਉਂਕਿ ਲੜਾਈ ਲੜੀ ਜਾਊਗੀ। ਬਾਪੂ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਪਹਿਲਾਂ ਇਹ ਦੱਸੋ, ਇਸ ਵੇਲੇ ਇਹ ਸੜਕ ਤੇ ਹੀ ਬੈਠਣਾ ਹੈ? ਹਾਂਜੀ, ਇਹ ਜਿਹੜੀ ਮੋਦੀ ਸਰਕਾਰ ਨਾ, ਇਹ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਆ। ਇਹਨੇ ਕੋਈ ਕੰਮ ਨਹੀਂ ਚੰਗਾ ਕੀਤਾ। ਪਹਿਲਾਂ ਇਹਨੇ ਨੋਟਬੰਦੀ ਕੀਤੀ, ਫਿਰ GS ਟੈਕਸ ਲਾਇਆ, ਫਿਰ ਇਹਨੇ ਆ ਕਿਸਾਨਾਂ ਨੂੰ ਬਰਬਾਦ ਕਰਨ ਤੇ ਲੱਗਾ ਵਾ। ਇਹ ਸਾਡੇ ਨਜਾਇਜ਼ ਹੀ ਟੈਕਸ, ਜੋ ਜ਼ਮੀਨ ਵੀ ਸਾਡੀ, ਜ਼ਿਮੀਂਦਾਰ ਵੀ ਅਸੀਂ, ਤੇ ਇਹ ਵਿੱਚ ਕੀ ਲੱਗਦਾ ਵਾ? ਕੋਈ ਇਹਨੂੰ ਇਹ ਕਾਨੂੰਨ ਜਿਹੜੇ ਦੇ ਨੇ ਲਾਉਣ ਡਿਆ, ਇਹਨਾਂ ਨੂੰ ਬੰਦ ਕਰੇ। ਬਹੁਤ ਮਿਹਰਬਾਨੀ। ਹੋਰ ਗੱਲਬਾਤ ਕਰਦੇ ਆ। ਖਾਣਾ ਬਣ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਇਸ ਵੇਲੇ ਵਿਆਹ ਵਰਗਾ ਮਾਹੌਲ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਬਿਲਕੁਲ ਜਿਹੜੇ ਪੰਜਾਬੀ ਨੇ ਉਹ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਨੇ। ਸਭ ਤੋਂ ਵੱਡੀ ਗੱਲ, ਇੱਕ ਤਸਵੀਰ ਵਿਖਾਉਂਦੇ ਆ ਤੁਹਾਨੂੰ। ਇੱਕ ਨੌਜਵਾਨ ਹੈ, ਗੱਲਬਾਤ ਕਰਦੇ ਆ। ਪਹਿਲਾਂ ਭਾਜੀ ਸੱਟ ਲੱਗੀ? ਹਾਂਜੀ। ਕਿਵੇਂ? ਇਹ ਪੱਥਰ ਵੱਜ ਗਿਆ ਜੀ। ਕੱਲ ਗੋਲਾ ਜਿਹਾ ਨਹੀਂ ਹੁੰਦਾ ਗੈਸ ਦਾ, ਉਹ ਵੱਜਾ ਜੀ। ਤੁਸੀਂ ਸਾਹਮਣੇ ਸੀਗੇ? ਬਿਲਕੁਲ। ਹਾਂਜੀ ਆਪਾਂ ਉੱਥੇ ਹੀ ਬੈਰੀਅਰ ਦੇ ਲਾਗੇ ਹੀ। ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਵਿਖਾਈਆਂ ਜਾਣ ਕਿਸ ਤਰ੍ਹਾਂ ਜਿਹੜਾ ਇਹ ਸੱਟ ਲੱਗੀ ਹੈ। ਇਹ ਜਿਹੜਾ ਅਥਰੂ ਗੈਸ ਦਾ ਗੋਲਾ ਹੈ ਉਹ ਇਹ ਨੌਜਵਾਨ ਦੇ ਪੈਰ ਤੇ ਲੱਗਿਆ ਹੈ। ਵੇਖ ਪਾ ਰਹੇ ਹੋ ਤੁਸੀਂ, ਪਰ ਹੌਸਲੇ ਬਿਲਕੁਲ ਬੁਲੰਦ ਨੇ। ਇਹ ਗੁਰਦਾਸਪੁਰ ਦੀਆਂ ਤਸਵੀਰਾਂ ਨੇ। ਗੁਰਦਾਸਪੁਰ ਦਾ ਤੁਸੀਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਆਇਆ ਇਹ ਨੌਜਵਾਨ ਹੈ, ਜੋ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੇ ਲਈ ਲੜਾਈ ਲੜ ਰਹੇ ਨੇ। ਪਰ ਸ਼ਾਂਤਮਈ ਪ੍ਰੋਟੈਸਟ, ਜੀ ਹਾਂ, ਕਰੀਬ 300-400-500 ਕਿਲੋਮੀਟਰ ਤੋਂ ਆਏ ਇਹ ਨੌਜਵਾਨ ਨੇ ਜਿਹੜੇ ਉਹ ਸ਼ਾਂਤਮਈ ਪ੍ਰੋਟੈਸਟ ਕਰਨ ਦੇ ਲਈ ਇੱਥੇ ਪਹੁੰਚੇ ਨੇ। ਪਰ ਕਿਸ ਤਰ੍ਹਾਂ ਦਾ ਤਸ਼ੱਦਦ ਹੈ ਉਹ ਜਿਹੜਾ ਪੁਲਿਸ ਵੱਲੋਂ ਢਾਇਆ ਗਿਆ, ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ। ਗੱਲਬਾਤ ਕਰਨ ਗਏ ਸੀ ਉੱਥੇ? ਹਾਂਜੀ ਜੀ ਗੱਲਬਾਤ ਕਰਨ ਗਏ ਸੀ, ਪਰ ਉਹਨਾਂ ਨੇ ਗਾੜੀ ਲਾਠੀ ਚਾਰਜ ਕਰ ਦਿੱਤਾ। ਹਾਂਜੀ
ਰਬੜ ਦੀਆਂ ਉਹਨਾਂ ਨੇ ਦੇਖੋ ਫਾਇਰਿੰਗ ਕੀਤੀ, ਰਬੜ ਦੀਆਂ ਗੋਲੀਆਂ ਚਲਾਈਆਂ। ਸਾਡੇ ਵੀਰ ਜਿਹੜਾ ਭਰਾ ਸਾਡਾ ਹੈ ਨਾ, ਅਸੀਂ ਉੱਥੇ ਕੋਲੇ ਸੀਗੇ, ਇਹ ਉੱਥੇ ਸਿਰਫ ਖੜਾ ਸੀ ਫਰੰਟ ਦੇ ਉੱਤੇ। ਉਹਨਾਂ ਨੇ ਨਹੀਂ ਦੇਖਿਆ ਕੋਈ ਸਿਆਣਾ ਕੋਈ ਨਿਆਣਾ, ਉਹਨਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਆ। ਜਿਹੜੀ ਫਾਇਰਿੰਗ ਰਬੜ ਦੇ ਵਿੱਚ ਗੋਲੀਆਂ ਸੀ ਉਹ, ਪਰ ਜਿਹਦੇ ਲੱਗਦੀ ਸੀ ਉਹਦੇ ਚਿੱਥੜੇ ਉਡਾਣੇ ਵਾਲੀ ਗੱਲ ਸੀ ਉਹ। ਉਹਨੇ ਘੱਟੋ ਘੱਟ 40-50 ਗੋਲੇ ਹੁਣ ਦਾਗੇ ਸਾਡੇ ਉੱਤੇ, 40-50 ਗੋਲੇ ਦਾਗੇ ਅਥਰੂ ਗੈਸ ਦੇ। ਕਈ ਬੰਦੇ ਉੱਥੇ ਇੰਨੇ ਫੱਟੜ ਜ਼ਿਆਦਾ ਹੋ ਗਏ, ਇੱਥੇ ਐਂਬੂਲੈਂਸ ਬਾਰ-ਬਾਰ ਆਂਦੀ ਜਾਂਦੀ ਸੀਗੀ। ਚੈਨਲਾਂ ਦੇ ਵਿੱਚ ਸਾਰਾ ਕੁਝ ਆਇਆ, ਪਰ ਇਹ ਦੇਖ ਲਓ ਜਿੱਦਾਂ ਨਾ ਤੁੜਕਾ ਅਸੀਂ ਸਬਜ਼ੀ ਨੂੰ ਲਾ ਰਹੇ ਆ, ਐਦਾਂ ਮੋਦੀ ਸਰਕਾਰ ਨੂੰ ਤੁੜਕਾ ਲਾਣਾ ਸੀ। ਉਹ ਭੁੱਲ ਗਿਆ ਸਾਡੀ ਹਿਸਟਰੀ, ਉਹਨੂੰ ਦਿਖਾਵਾਂਗੇ ਅਸੀਂ ਕੌਣ ਵਾਂ। ਅੱਜ ਸਾਰੇ ਇਕੱਠੇ ਹੋਏ ਹੋ ਨਾ ਇੱਥੇ, ਅਸੀਂ ਆ ਜਿੰਨੀਆਂ ਜਥੇਬੰਦੀਆਂ ਆ ਇਹ ਸਾਰੀਆਂ ਕੜੀ ਬਣੀ ਹੋਈ ਆ। ਉਹ ਸਾਡੀ ਕੜੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ, ਉਹ ਚਾਲਾਂ ਚੱਲ ਰਿਹਾ। ਕਦੀ ਕਹਿੰਦਾ ਤੁਹਾਨੂੰ ਮੈਂ ਰਾਮਲੀਲਾ ਮੈਦਾਨ ਦਾ ਤਾਂ ਪਹਿਲਾਂ ਨਾਂ ਰੱਖਿਆ ਨਹੀਂ, ਉਹ ਰੱਖਿਆ ਤਾਂ ਇੱਥੇ ਨਿਰੰਕਾਰੀਆਂ ਦਾ ਡੇਰਾ ਆ। ਗਰਾਊਂਡ ਹੈ, ਇੱਕ ਨਿਰੰਕਾਰੀ ਗਰਾਊਂਡ ਹੈ, ਨਿਰੰਕਾਰੀ ਗਰਾਊਂਡ ਆ, ਉੱਥੇ ਹੁਣ ਰੱਖਿਆ। ਉੱਥੇ ਦੇਖੋ ਨਾਲ ਤੋਂ ਗੰਦਾ ਨਾਲਾ ਵਗਦਾ, ਹੁਣ ਸਾਨੂੰ ਲਿਜਾ ਕੇ ਉੱਥੇ ਕੈਦ ਕਰਨਾ, ਬਾਹਰੋਂ ਜੰਦਾ ਲਾਣਾ, ਬਾਹਰ ਫੋਰਸ ਲਾ ਦੇਣੀ। ਹੁਣ ਜਿਹੀ ਉਹਦੀ ਨਿਰੰਕਾਰੀ ਸੰਗਤ ਬੈਠੀ ਆ, ਜਿਹੋ ਜਿਹਾ ਅਸੀਂ ਜਾ ਕੇ ਬੈਠ ਗਏ। ਗੌਰਮੈਂਟ ਦੇ ਕੀ ਆ ਜਿਹੜਾ ਰਾਸਤਾ ਆ, ਇਹ ਗੌਰਮੈਂਟ ਦੀਆਂ ਨਾਸਾਂ ਆ, ਦਿੱਲੀ ਸਰਕਾਰ ਦੀਆਂ, ਅਸੀਂ ਉਹ ਬੰਦ ਕੀਤੀਆਂ ਆ। ਅਸੀਂ ਇੱਥੋਂ ਨਹੀਂ ਉੱਠਣਾ। ਸਾਰੇ ਵੀਰਾਂ ਨੂੰ ਬੇਨਤੀ ਆ ਮੇਰੀ, ਚਾਹੇ ਕੋਈ ਜਥੇਬੰਦੀ ਸਾਨੂੰ ਇੱਥੇ ਉੱਪਰੋਂ ਆ ਕੇ, ਕੋਈ ਲੀਡਰਾਂ ਦਾ ਆ ਕੇ ਸਾਨੂੰ ਮਜਬੂਰ ਕਰੇ, ਪਰ ਆਪਾਂ ਇੱਥੋਂ ਹਿੱਲਣਾ ਨਹੀਂ ਵੀਰੋ। ਇਹ ਜਿਹੜੀ ਜਗ੍ਹਾ ਆ ਨਾ, ਆਹ ਇੱਥੇ ਸਾਡੇ ਪੁਰਖਿਆਂ ਨੇ ਇੱਥੇ ਲੜਾਈ ਲੜੀ ਹੋ। ਇੱਥੇ ਦੀ ਗਜਨੀ ਆਂਦਾ ਸੀ, ਇੱਥੇ ਦੀ ਇਹਨਾਂ ਦੀਆਂ ਧੀਆਂ ਭੈਣਾਂ ਤੋਂ ਚੱਕ ਕੇ ਲੈ ਕੇ ਆਂਦਾ ਸੀ ਇਸ ਰਾਸਤੇ ਰਾਹੀਂ। ਇੱਥੇ ਬਾਬਾ ਦੀਪ ਸਿੰਘ ਦਾ ਪਿੱਛੇ ਆ, ਇੱਥੋਂ ਖੰਡਾ ਖੜਕਿਆ ਸੀਗਾ, ਇੱਥੇ ਉਹਨੇ ਧੀਆਂ ਭੈਣਾਂ ਛੜਾਉਂਦੇ ਸੀਗੇ। ਇਹ ਉਹ ਪੰਜਾਬੀ ਸੂਰਮੇ ਆ ਸਾਡੀਆਂ ਜ਼ਮੀਨਾਂ ਖੋਹਣ ਲੱਗਾ। ਸਾਡੀਆਂ ਉਹ ਅਸੀਂ ਤਾਂ ਇਹਨਾਂ ਦੇ ਜੰਜੂ ਨਹੀਂ ਲੈਣ ਦਿੱਤੇ ਧੱਕੇ ਨਾਲ, ਇਹ ਸਾਡੀਆਂ ਜ਼ਮੀਨਾਂ ਖੋਹਣ ਲੱਗਾ। ਇਹਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ, ਆਪਣੀ ਔਕਾਤ ਵਿੱਚ ਰਹਿ। ਤੈਨੂੰ ਨਹੀਂ ਦੱਸ ਦਵਾਂਗੇ ਤੇਰੀ ਔਕਾਤ, ਤੈਨੂੰ ਅਸੀਂ ਦਿਖਾ ਲਾਂਗੇ। ਤੈਨੂੰ ਬਿਠਾਲਣੇ ਵਾਲੇ ਅਸੀਂ ਨਹੀਂ ਇਹਨੂੰ ਵੋਟ ਪਾਈ। ਇਹ ਅਸੀਂ ਕਹਿੰਦੇ ਆ, ਇਹਨੂੰ ਜਿਨ੍ਹਾਂ ਨੇ ਵੋਟ ਪਾਈ ਆ ਉਹ ਭੁਗਤ ਚੁੱਕੇ ਆ। ਇਹਦਾ ਹੁਣ ਸਾਡੇ ਵੱਲ ਨੂੰ ਹੱਥ ਪਿਆ। ਇਹਦਾ ਅੱਜ ਤੱਕ ਯੂਪੀ ਬਿਹਾਰ ਦੇ ਨਾਲ ਬਾਹ ਪਿਆ, ਅੱਜ ਪੰਜਾਬੀ ਸੂਬਿਆਂ ਨਾਲ ਪਿਆ। ਇਹਨੂੰ ਪਤਾ ਲੱਗੂਗਾ ਪੰਜਾਬੀ ਕੌਮ ਕੌਣ ਹੁੰਦੀ ਆ। ਕੱਲ ਇਹਦੀ ਆਰਮੀ ਕਾਹਲੇ ਛੱਡ ਕੇ ਨੱਠ ਕੇ ਦੀ ਬੈਰੀਅਰ। ਜੇ ਗੱਲ ਕਰੀ ਜਾਵੇ ਫਿਰ ਅਗਲੀ ਹੁਣ ਇੱਥੇ ਬੈਠੋਗੇ, ਕਿੰਨੇ ਦਿਨ ਬੈਠੋਗੇ, ਕਿਵੇਂ ਬੈਠੋਗੇ? ਉਹ ਵੀਰੇ ਇਹ ਗਵਰਨਮੈਂਟ ਨੇ ਤੈਅ ਕਰਨਾ ਕਿੰਨੇ ਚਿਰ ਉਹਨੇ ਫੈਸਲਾ ਲੈਣਾ। ਅਸੀਂ ਤਾਂ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਆਏ ਹਾਂ, ਘਰਦਿਆਂ ਨੂੰ ਕਹਿ ਕੇ ਆਏ ਹਾਂ। ਕੰਮ ਧੰਦੇ ਸਾਡੇ ਪਿੰਡ ਦੇ ਜਿਹੜੇ ਬਾਕੀ ਬਾਦੇ ਉਹ ਨਹੀਂ ਸਾਡੇ ਸਾਂਭਿਓ ਆ। ਸਾਡਾ ਗਵਰਨਮੈਂਟ ਫਿਕਰ ਨਾ ਕਰੇ, ਇੱਥੇ ਬੈਠੇ ਕੀ ਕਰੂਗੇ, ਇਹ ਕਿੱਦਾਂ ਹੋਣਾ। ਅਸੀਂ ਪੂਰੀ ਤਿਆਰੀ ਨਾਲ ਆਏ ਹਾਂ। ਇਹ ਗਵਰਨਮੈਂਟ ਨੇ ਲੈਣਾ ਫੈਸਲਾ ਵੀ ਕਦੋਂ ਸਾਡੇ ਜਿਹੜੇ ਕਾਲੇ ਕਾਨੂੰਨ ਰੱਦ ਕਰਨੇ ਆ, ਕਦੋਂ ਇਹਦੇ ਵਿੱਚ ਸਾਡੀਆਂ ਮੰਗਾਂ ਸਾਡੀਆਂ ਜਿਹੜੇ ਰੱਖੀਆਂ ਆ। ਅੱਜ ਇਹ ਜਥੇਬੰਦੀਆਂ ਲਿਆ ਕੇ ਉੱਪਰੋਂ ਸਾਡੇ ਉੱਪਰ ਪ੍ਰੈਸ਼ਰ ਪਾਉਂਦਾ, ਸਾਡੇ ਉੱਤੇ ਪ੍ਰੈਸ਼ਰ ਪਾਉਂਦਾ। ਗੇਮਾਂ ਖੇਡਦਾ ਹੀ ਤੁਹਾਨੂੰ ਨਿਰੰਕਾਰੀਆਂ ਡੇਰੇ 'ਚ ਬਿਠਾਲਦੇ ਆ। ਇਹ ਹੁਣ ਇਹ ਕੀ ਕਹਿੰਦਾ, ਮੈਂ ਤੁਹਾਡੇ ਕਿੰਨੇ ਸਟੇਡੀਅਮ ਦਿੱਲੀ ਸਰਕਾਰ ਕੋਲੋਂ ਮੰਗੇ ਨੇ। ਤੁਸੀਂ ਚੈਨਲ ਵਾਲੇ ਆ, ਤੁਹਾਨੂੰ ਪਤਾ ਆ ਕਿਨੇ 9 ਮੰਗੇ ਆ। 9 ਮਨਾ ਕਰਤਾ ਕੇਜਰੀਵਾਲ ਨੇ ਦਿੱਤੇ। ਕੇਜਰੀਵਾਲ ਸਰਕਾਰ ਨੇ ਮਨਾ ਕਰਤਾ, ਧੰਨਵਾਦ ਉਹਦਾ ਕਰਦੇ ਆ। ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜਿਓ, ਅਸੀਂ ਕਿਸਾਨੀ ਨਾਲ ਜੁੜਿਓ ਆ। ਜਿਹੜਾ ਸਾਡੇ ਹੱਕ ਦੀ ਗੱਲ ਕਰੂਗਾ ਅਸੀਂ ਉਹਦੀ ਗੱਲ ਕਰਾਂਗੇ। ਉਹਨੇ ਸਾਡੇ ਹੱਕ ਦੀ ਗੱਲ ਕੀਤੀ ਆ। ਬਾਕੀ ਦੇਖੋ ਜਦੋਂ ਉੱਥੇ ਉਹ ਚੱਲੇ ਹੋ, ਕਿਤੇ ਨਾ ਕਿਤੇ ਜਿਹੜੀ ਆ ਉਹ ਇਕਜੁੱਟਤਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਕਾਫੀ ਭਾਰੀ ਤਾਦਾਦ ਦੇ ਵਿੱਚ ਕਿਸਾਨ ਨੇ, ਲੱਖਾਂ ਦੀ ਜਿਹੜੀ ਕਿਸਾਨਾਂ ਦੀ ਗਿਣਤੀ ਆ ਉਹ ਹਜੇ ਵੀ ਜਿਹੜੇ ਲੱਖਾਂ ਦੀ ਤਾਦਾਦ 'ਚ ਕਿਸਾਨ ਨੇ ਉਹ ਪੰਜਾਬ ਵੱਲੋਂ ਆ ਰਹੇ ਨੇ, ਪਰ ਇਕਜੁੱਟਤਾ ਬੇਹੱਦ ਜ਼ਰੂਰੀ ਹੈ ਨਾ। ਨਹੀਂ ਵੇਖੋ ਜੀ, ਪਹਿਲਾਂ ਤੋਂ 31 ਜਥੇਬੰਦੀਆਂ ਸਾਡੀਆਂ ਜਿਹੜੀਆਂ ਸੀ ਨਾ, ਉਹਨਾਂ ਨੇ ਇਕਜੁੱਟਤਾ ਦਿਖਾਈ ਆ। ਇਸ ਵਕਤ 550 ਜਥੇਬੰਦੀ ਜਿਹੜੀ ਉਹ ਸਾਡਾ ਸਹਿਯੋਗ ਦੇ ਰਹੀ ਆ। ਅਸੀਂ ਇਹ ਮੋਦੀ ਦੀ ਜਿਹੜੀ ਆ ਨਾ ਬਰਾਤ ਆਈ ਆ, ਮਰੋਦੀ ਕਿਸਾਨਾਂ ਦੀ ਬਰਾਤ ਆ, ਡੋਲਾ ਲੈਣ ਵਾਸਤੇ ਆਏ ਆ ਦਿੱਲੀ। ਕਿਉਂਕਿ ਪਿਛਲੇ ਜ਼ਮਾਨੇ ਵਿੱਚ ਵੀ ਜਿੱਥੋਂ ਬਰਾਤ ਹੰਬ ਜਾਂਦੀ ਸੀ ਉੱਥੇ ਹੀ ਆਪਣਾ ਲੰਗਰ ਪਾਣੀ ਸਾਰਾ ਤਿਆਰ ਕਰ ਲੈਂਦੀ ਸੀ। ਅਸੀਂ ਆਪਣੇ ਲੰਗਰ ਪਾਣੀ ਲੈ ਕੇ ਆਏ, ਗਰਾਊਂਡਾਂ 'ਚ ਨਹੀਂ ਜਾਣ ਵਾਸਤੇ ਆਏ। ਡੋਲਾ ਤੇ ਬਾਹਰ ਖੜਨਾ ਸੀ ਇਹਦਾ, ਜਿੱਥੇ ਮਰਜ਼ੀ ਆ ਜਾਵੇ, ਲੈ ਕੇ ਆ ਜਾਏ। ਆਪਣੀ ਛੋਕਰੀ ਚੌਂਕ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ। ਸਾਡਾ ਮਕਸਦ ਇਹ ਆ, ਜਿੰਨਾ ਚਿਰ ਤੱਕ ਇਹਨੇ ਆਪਣੇ ਕਾਨੂੰਨ ਰੱਦ ਨਾ ਕੀਤੇ। ਆ ਕੈਮਰਾਮੈਨ ਨੂੰ ਮੈਂ ਕਹਿੰਦਾ ਦਿਖਾ ਦੇਵੇ, ਅਸੀਂ ਰਾਸ਼ਨ ਲੈ ਕੇ ਆਏ ਹੋਏ ਆ। ਕੈਮਰਾਮੈਨ ਦਿਖਾਵੇ, ਅਸੀਂ ਰਾਸ਼ਨ ਲੈ ਕੇ ਆਏ ਹੋਏ ਆ। ਜਿੰਨਾ ਚਿਰ ਤੱਕ ਦੂਸਰੀਆਂ ਗੱਡੀਆਂ ਸਾਡੀਆਂ ਜਿਹੜੀਆਂ ਨਾ ਆਟੇ ਦੇ ਭਰੇ ਆ, ਚੌਲਾਂ ਦੇ ਭਰੇ ਅਸੀਂ ਲਾਏ ਨੇ, ਸਬਜ਼ੀਆਂ ਲੈ ਕੇ ਆਏ ਆ, ਸਾਰਾ ਟਰੱਕ ਭਰਿਆ ਹੋਇਆ ਰਾਸ਼ਨ ਦਾ। ਇਹ 6-6 ਮਹੀਨੇ ਤੱਕ ਦਾ ਅਸੀਂ ਰਾਸ਼ਨ ਲੈ ਕੇ ਆਏ ਆ। ਉਸ ਤੋਂ ਬਾਅਦ ਸਾਡੇ ਵੀਰ ਜਿਹੜੇ ਉਹ ਪਿੱਛੇ ਤੋਂ ਫੇਰ ਆ ਰਹੇ ਨੇ ਲੈ ਕੇ। ਮੈਂ ਇੱਕ ਸਮੂਹ ਪੰਜਾਬੀਆਂ ਨੂੰ, ਸਮੂਹ ਇੰਡੀਆ ਦੇ ਲੋਕਾਂ ਨੂੰ, ਬਾਹਰ ਵਿਦੇਸ਼ਾਂ ਵਾਲਿਆਂ ਨੂੰ ਇਹ ਅਪੀਲ ਕਰਦਾ ਕਿ ਦਿੱਲੀ ਦੇ ਅੱਜ ਜਿਹੜੀਆਂ ਅਸੀਂ ਨਾਸਾਂ ਚੂਹੇ ਵਾਂਗੂ ਡੋਬ ਦਿੱਤੀਆਂ, ਮੈਂ ਭਰਾਵਾਂ ਆਪਣਿਆਂ ਨੂੰ ਅਪੀਲ ਕਰਦਾ ਕਿ ਘਰਾਂ ਵਿੱਚ ਨਹੀਂ ਬੈਠਣਾ। ਹੁਣ ਘਰਾਂ ਦੀ ਕੋਈ ਚਿੰਤਾ ਨਾ ਕਰੋ, ਜਿੰਨੇ ਵੀ ਹੈਗੇ ਆ ਵਹੀਰਾ ਕੱਤ ਕੇ ਆ ਜਾਓ ਦਿੱਲੀ। ਇਹਦੀਆਂ ਗਰਾਊਂਡਾਂ ਨੇ ਸਾਨੂੰ ਕੀ ਕਰ ਲੈਣਾ। ਅਸੀਂ ਤਾਂ ਉਦੋਂ ਵੀ ਇਹਦਾ ਬਾਈਕਾਟ ਕੀਤਾ ਸੀ, ਅਸੀਂ ਵੋਟਾਂ ਨਹੀਂ ਇਹਨੂੰ ਪਾਈਆਂ, ਰਾਜੇਵਾਲ ਗਰੁੱਪ ਨੇ ਲਲਕਾਰ ਕੇ ਨਹੀਂ ਪਾਈਆਂ। ਅਸੀਂ ਹੁਣ ਵੀ ਇਹਨੂੰ ਦੱਸਾਂਗੇ ਕਿ ਤੇਰਾ ਕੋਈ ਵਰਕਰ, ਤੇਰਾ ਕੋਈ MP ਸਾਨੂੰ ਵੜ ਕੇ ਦਿਖਾਲੇ ਪੰਜਾਬ ਦੇ ਵਿੱਚ, ਨਾਸਾਂ ਡੋਬ ਮਾਰ ਦਿਆਂਗੇ। ਅਸੀਂ ਇਹਦੀ ਹਿੱਕ ਤੇ ਖੜੇ ਆ।
ਇਹ 'ਚ ਜੇ ਜੁਰਤਵਾਦੇ ਫੋਰਸਾਂ ਲੈ ਕੇ ਆਵੇ। ਕਿਹਾ ਜਾਂਦਾ ਸੀ ਹਰਿਆਣੇ ਤੋਂ ਜਿਹੜਾ ਸ਼ੰਭੂ ਬਾਰਡਰ ਆ ਜਾਂ ਕੋਈ ਵੀ ਬਾਰਡਰ ਹੈ ਹਰਿਆਣੇ ਤੋਂ ਜਿਹੜੇ ਪੰਜਾਬੀਆਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਊਗਾ। ਭਾਜੀ ਐਂਟਰਾਂ ਦੀ ਕਿਹੜੀ ਗੱਲ ਕਰਦੇ ਆ? ਉਹ ਅਸੀਂ ਤਾਂ ਚੁਟਕੀਆਂ ਨਾਲ ਡਾ ਦਿਆਂਗੇ ਤੇ ਚੁਟਕੀਆਂ ਨਾਲ, ਸਾਨੂੰ ਕੋਈ ਇਹਦਾ ਡਰ ਥੋੜੀ ਆ। ਅਸੀਂ ਤਾਂ ਬੰਦਾ ਸਿੰਘ ਬਹਾਦਰ ਦੀ ਜਿੰਨੀਆਂ ਜ਼ਮੀਨਾਂ ਦੇ ਸਾਨੂੰ ਵਾਰਸ ਬਣਾਇਆ ਸੀ ਨਾ, ਅਸੀਂ ਅੱਜ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਹਾਂ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਰਸ ਹਾਂ। ਅਸੀਂ ਇਹਦਾ ਨਾਸਾਂ 'ਚ ਦਮ ਕੀਤਾ ਹੋਇਆ, ਜੇ ਮਾਈ ਦਾ ਲਾਲਾ ਲਿਆਵੇ ਫੋਰਸਾਂ ਦੇਖਾਂਗੇ। ਕੱਲ ਵੀਰੇ ਗੋਲਾ ਛੱਡਿਆ ਨੇ। ਸ੍ਰੀ ਅਕਾਲ ਵੀਰੇ। ਕੱਲ ਇੱਕ ਮਿੰਟ ਵੀਰਾ ਜੀ, ਇਹਨੂੰ ਸਾਡਾ ਪਰਿਚੈ ਕੱਲ ਹੀ ਹੋ ਗਿਆ। ਇਹ ਸਾਡੀ ਹਿਸਟਰੀ ਭੁੱਲ ਗਿਆ ਸੀਗਾ। ਸਾਡੇ ਸੂਰਬੀਰ ਜਿਹੜੇ ਨੌਜਵਾਨ ਸੀ, ਇਹਨੂੰ ਯਾਦ ਕਰਾਈਆ ਦੁਬਾਰਾ, ਇਹਨੂੰ ਰਿਮਾਈਂਡ ਕਰਾਇਆ। ਕੱਲ ਇਹਨੇ ਗੋਲਾ ਸਿੱਟਿਆ, ਅਥਰੂ ਗੈਸ ਦਾ ਗੋਲਾ। ਜਦੋਂ ਗੋਲਾ ਸਾਡੇ ਵੱਲ ਆ ਕੇ ਡਿੱਗਿਆ ਨਾ, ਸਾਡੇ ਮੋਹਰੇ ਸਾਡੇ ਇੱਕ ਵੀਰ ਨੇ ਸਾਡੇ ਨੇ ਉਹ ਗੋਲਾ ਚੱਕਿਆ, ਚੱਲਿਆ ਨਹੀਂ। ਉਹ ਚੱਕਿਆ ਜਾ ਕੇ ਇਹਨਾਂ ਪਰ ਮਤਲਬ ਚੱਲ ਪਿਆ। ਉਹ ਚੱਲ ਪਿਆ ਬਾਰਡਰ ਤੇ ਭੰਗੜਾ ਪਿਆ। ਗੱਲ ਇਹ ਸਾਡੀ ਜਿੱਤ ਦੀ ਨਿਸ਼ਾਨੀ ਆ। ਸਾਡੇ ਹੌਸਲੇ ਦਰਸਾਉਂਦੀ ਆ ਇਹ ਸਾਡੇ ਹੌਸਲੇ। ਇਹ ਸਾਨੂੰ ਹਰਾ ਨਹੀਂ ਸਕਦਾ। ਇਹਨਾਂ ਦੇ ਗੋਲੇ ਇਹਨਾਂ ਦੇ ਭਾਰੀ ਪੈਣ ਲੱਗ ਪਏ। ਅਸੀਂ ਇੱਕ ਇਹਨੂੰ ਚੇਤਾਵਨੀ ਦਿੰਦੇ ਕਿ ਉਹ 84 ਵਾਲੀ ਦਿੱਲੀ ਨਹੀਂ ਰਹੀ ਹੁਣ। ਇਹ ਕਿਤੇ ਚੇਤਾ ਰੱਖ ਲੈ, ਕਿਸੇ ਨੌਜਵਾਨ ਨੂੰ ਹੱਥ ਲਾ ਕੇ ਦੱਸੇ, ਪੁੱਛਾਂ ਤੋਂ ਫੜ ਬਾਹਰ ਲਿਆਵਾਂਗੇ, ਬੋਦੀਆਂ ਤੋਂ ਫੜ ਖਿੱਚਾਂਗੇ ਇਹਨੂੰ ਕਿ ਕਿਦਾਂ ਬਾਹਰ ਆ। ਇਹਦਾ ਤਾਨਾਸ਼ਾਹੀ ਖਤਮ ਕਰ ਦੇਵਾਂਗੇ। ਇਹ ਤਾਨਾਸ਼ਾਹੀ ਰਾਜ ਹੈ, ਫਿਰ ਔਰੰਗਜ਼ੇਬ ਦਾ ਰਾਜ ਚੱਲ ਰਿਹਾ ਹੈ। ਇਹ ਹੁਕਮ ਥੋਪੇ ਜਾਂਦੇ ਨੇ, ਲੋਕਤੰਤਰ ਨਹੀਂ। ਲੋਕਤੰਤਰ ਹੁੰਦਾ ਲੋਕਾਂ ਦੀ ਰਾਏ ਲਈ ਜਾਂਦੀ ਹੈ, ਲੋਕਾਂ ਦਾ ਕੋਈ ਵਿਚਾਰ ਲਿਆ ਜਾਂਦਾ ਹੈ, ਲੋਕਾਂ ਦੀ ਸੁਣੀ ਜਾਂਦੀ ਹੈ। ਲੋਕਤੰਤਰ ਰਾਜ ਉਹਨੂੰ ਕਿਹਾ ਜਾਂਦਾ ਹੈ। ਇਹ ਤਾਨਾਸ਼ਾਹੀ ਬਿਲਕੁਲ ਆਪਣਾ ਦੇਸ਼ ਹੈ, ਆਪਣੀ ਸਰਕਾਰ ਹੈ, ਸਾਡੀ ਉਹ ਰਾਜਧਾਨੀ ਹੈ, ਸਾਨੂੰ ਵੀ ਜਾਣ ਨਹੀਂ ਦਿੱਤਾ ਸਾਡਾ ਚੁਣਿਆ ਹੋਇਆ ਲੋਕਾਂ ਦਾ ਇੱਕ ਰਾਜ ਹੈ, ਲੋਕਤੰਤਰ ਰਾਜ ਕਿਹਾ ਜਾਂਦਾ। ਇਹ ਤਾਨਾਸ਼ਾਹੀ ਰਾਜ ਹੈ, ਤਾਨਾਸ਼ਾਹੀ ਰਾਜ। ਲੋਕਾਂ ਨੂੰ ਆਪਣੇ ਹੁਕਮ ਦਿੱਤੇ ਜਾਂਦੇ ਆ, ਨਹੀਂ ਮੰਨਦੇ ਧੱਕੇ ਨਾਲ ਬਣਾਏ ਜਾਂਦੇ ਆ। ਜੇ 370 ਧਾਰਾ ਤੋਰੀ ਜੰਮੂ ਦੇ ਵਿੱਚ, ਇਹਨੇ ਤਾਨਾਸ਼ਾਹੀ ਰਾਜ ਨੇ ਉਹਨਾਂ ਨੂੰ ਅੰਦਰ ਬੰਦ ਕਰ ਦਿੱਤਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜੀ, ਇਹ ਜਿਵੇਂ ਇਹ ਭੁੱਲ ਚੁੱਕਾ ਕਿ ਜਦੋਂ ਵੀ ਦੇਸ਼ ਦੇ ਉੱਤੇ ਭੀੜ ਪੈਂਦੀ ਆ, ਸਨ 61 ਦੀ ਲੜਾਈ ਯਾਦ ਕਰ ਲੇ, 71 ਦੀ ਲੜਾਈ ਕਰ ਲੇ, ਜਿੱਥੇ ਸਿੱਖ ਫੌਜਾਂ ਨੂੰ ਗਾੜੀ ਲਾ ਕੇ ਕਾਰਗਿਲ ਦੀ ਲੜਾਈ ਨੂੰ ਯਾਦ ਕਰ ਲੇ, ਸਿੱਖ ਫੌਜਾਂ ਨੂੰ ਅੱਗੇ ਲਾ ਕੇ ਸਾਨੂੰ ਵਰਤਦੇ ਰਹੇ, ਜਿੱਤਦੇ ਰਹੇ ਆ। ਤੇ ਅੱਜ ਇਹ ਬਖਲਾ ਗਿਆ, ਇਹਨੂੰ ਚੇਤਾ ਭੁੱਲ ਗਿਆ ਕਿ ਮੈਂ ਪੰਗਾ ਕਿਹਨਾਂ ਨਾਲ ਲੈਣ ਲੱਗਾ। ਉਹਨਾਂ ਪੰਜਾਬੀਆਂ ਨਾਲ ਜਿਨ੍ਹਾਂ ਪੰਜਾਬੀਆਂ ਨੇ ਦਿੱਲੀ ਦਾ ਤਖਤ ਵਸਾਇਆ, ਇਹ ਦਿੱਲੀ ਬਚਾਈ, ਜਿਨ੍ਹਾਂ ਸਿੱਖਾਂ ਨੇ, ਉਹਨਾਂ ਸਿੱਖਾਂ ਦੇ ਨਾਲ ਮੈਂ ਉਹਨਾਂ ਨੂੰ ਦੱਬ ਰਿਹਾ ਵਾਂ। ਇਹ ਭੁੱਲ ਗਿਆ, ਪਰ ਇਹਨੂੰ ਯਾਦ ਦਿਵਾਤਾ ਕਿ ਤੇਰੀਆਂ ਟ੍ਰੇਨਾਂ ਬੰਦ ਹੋਣ ਦੇ ਬਾਵਜੂਦ ਵੀ ਸਿੱਖ ਪੈਦਲ ਕਿਸੇ ਵੀ ਤਰੀਕੇ ਨਾਲ ਤੇਰੀ ਹਿੱਕ ਤੇ ਚੜ੍ਹ ਕੇ ਅੱਜ ਬੈਠੇ ਆ। ਅੱਜ ਇਹ ਚਾਹੁੰਦਾ ਕਿ ਮੈਂ ਇਹਨਾਂ ਨੂੰ ਸਾਈਡ ਤੇ ਕਰ ਦਿਆਂ ਤੇ ਉੱਥੇ 6 ਮਹੀਨੇ 5 ਮਹੀਨਾ ਲਾ ਲੈਣ, ਲੰਗਰ ਖਾ ਲੈਣ। ਪਰ ਨਹੀਂ, ਇਹਨੂੰ ਦੱਸਣਾ ਚਾਹੁੰਦੇ ਆ ਕਿ ਪੁੱਤ ਤੇਰੀ ਛਾਤੀ ਤੇ ਸ਼ੇਰ ਚੜ੍ਹੇ ਆ, ਇਹ ਚੜ੍ਹ ਕੇ ਰਹਿਣਗੇ। ਤੇ ਇਹ ਤੈਨੂੰ ਜਿੰਨਾ ਚਿਰ ਤੂੰ ਅੱਗੋਂ ਇਹਨਾਂ ਦਾ ਹੱਲ ਨਾ ਕਰੇਗਾ, ਤੇਰਾ ਕਚੂੰਬਰ ਕੱਢਣਗੇ ਇੱਥੇ ਬੈਠੇ ਹੀ। ਕੈਮਰਾਮੈਨ ਨੂੰ ਕਹੂੰਗਾ ਪਿੱਛੇ ਤੇ ਆਰਾਮ ਨਾਲ ਵੇਖ ਪਾ ਰਹੇ ਹੋ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਇਸ ਵੇਲੇ ਮਾਹੌਲ ਹੈ ਉਹ ਵੇਖ ਪਾ ਰਹੇ ਹੋ। ਬਿਲਕੁਲ ਸੜਕ ਤੇ ਡਟੇ ਹੋਏ ਨੇ ਇਹ ਕਿਸਾਨ। ਪਰ ਸਭ ਤੋਂ ਬੜੀ ਗੱਲ ਹੈ ਜੋਸ਼। 500 ਕਿਲੋਮੀਟਰ ਤੋਂ ਲਗਾਤਾਰ ਬਿਨਾਂ ਸੁੱਤੇ ਇਹ ਦਿੱਲੀ ਦਾ ਸਫ਼ਰ ਤੈਅ ਕੀਤਾ। ਕਈ ਜਿਹੜੇ ਬੈਰੀਕੇਡਰ ਤੋੜੇ, ਪਾਣੀ ਦੀਆਂ ਵਿਚਾਰਾਂ, ਰਬੜ ਦੀਆਂ ਗੋਲੀਆਂ, ਅਥਰੂ ਗੈਸ ਦੇ ਗੋਲੇ ਖਾਣ ਤੋਂ ਬਾਅਦ ਵੀ ਵੇਖ ਸਕਦੇ ਹੋ ਪੰਜਾਬੀਆਂ ਦਾ ਜੋਸ਼ ਹੈ ਉਹ ਜਿਹੜਾ ਮੂੰਹ ਬੋਲ ਰਿਹਾ। ਕਿਸੇ ਤਰ੍ਹਾਂ ਦੀ ਥਕਾਵਟ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਇਹਨਾਂ ਦੇ ਚਿਹਰੇ ਤੇ ਨਹੀਂ ਹੈਗੀ। ਇਹਨਾਂ ਦਾ ਕਹਿਣਾ ਜਿਸ ਤਰ੍ਹਾਂ ਅਸੀਂ ਸਬਜ਼ੀ ਨੂੰ ਤੜਕਾ ਲਾਉਂਦੇ ਆ, ਸਰਕਾਰ ਨੂੰ ਤੜਕਾ ਲਾ ਕੇ ਜਾਵਾਂਗੇ। ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਇੱਥੇ ਹੀ ਡੇਰੇ ਲੱਗੇ ਰਹਿਣਗੇ, ਕਿਉਂਕਿ ਅਸੀਂ ਦਿੱਲੀ ਦੀ ਨਬਜ਼ ਤੇ ਬੈਠੇ ਆ, ਦਿੱਲੀ ਦੀ ਸਾਹ ਵਾਲੀ ਨਸ ਤੇ ਬੈਠੇ ਆ। ਜਦ ਤੱਕ ਅਸੀਂ ਇੱਥੇ ਬੈਠੇ ਆ ਉਦੋਂ ਤੱਕ ਡਟੇ ਰਵਾਂਗੇ। 6-6 ਮਹੀਨੇ ਦਾ ਰਾਸ਼ਨ ਲੈ ਕੇ ਘਰੋਂ ਚੱਲੇ ਹੋਏ ਆ। ਸਾਡੇ ਘਰਾਂ ਦੇ ਕੰਮ ਪਿੱਛੇ ਸਾਡੇ ਬੰਦੇ ਸਾਂਭਣਗੇ, ਪਰ ਸਭ ਤੋਂ ਜ਼ਰੂਰੀ ਹੈ ਡਟੇ ਹੋਏ ਨੇ, ਜੋਸ਼ ਬਰਕਰਾਰ ਹੈ ਅਤੇ 80 ਸਾਲ ਦੇ ਬਜ਼ੁਰਗ ਵੀ ਕੇਂਦਰ ਸਰਕਾਰ ਦੇ ਨਾਲ ਲੋਹਾ ਲੈਣ ਦੇ ਲਈ ਤਿਆਰ ਨੇ। ਕੈਮਰਾਮੈਨ ਵਿੱਕੀ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ, ਦਿੱਲੀ। ਸੋ ਤਸਵੀਰਾਂ ਤੁਸੀਂ ਦੇਖੀਆਂ ਨੇ ਜਿੱਥੇ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਹ ਵਾਪਸੀ ਨਹੀਂ ਕਰਨਗੇ ਤੇ ਪੂਰੀ ਤਿਆਰੀ ਦੇ ਨਾਲ ਦਿੱਲੀ ਵਿੱਚ ਪਹੁੰਚੇ ਹੋਏ ਨੇ। ਸੋ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਬੁਰਾੜੀ ਦੇ ਵਿੱਚ ਪੱਕਾ ਮੋਰਚਾ ਲਗਾਉਣ ਤੇ ਵੀ ਕਿਸਾਨਾਂ ਦੇ ਵੱਲੋਂ ਅੱਜ ਫੈਸਲਾ ਲਿਆ ਜਾਣਾ ਹੈ। ਦੱਸ ਦਈਏ ਕਿ ਕੇਂਦਰ ਦੇ ਵੱਲੋਂ ਬੁਰਾੜੀ ਗਰਾਊਂਡ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਜ਼ਰੂਰ ਦਿੱਤੀ ਗਈ ਹੈ, ਪਰ ਅਜੇ ਵੀ ਕਿਸਾਨਾਂ ਦੇ ਵੱਲੋਂ ਫੈਸਲਾ ਲਿਆ ਜਾਣਾ ਹੈ ਕਿ ਉਹਨਾਂ ਦੇ ਵੱਲੋਂ ਇੱਥੇ ਪੱਕਾ ਮੋਰਚਾ ਲਗਾਇਆ ਜਾਏਗਾ ਜਾਂ ਨਹੀਂ। ਹਾਲਾਂਕਿ ਕਿਸਾਨਾਂ ਨੇ ਇਹ ਜ਼ਰੂਰ ਸਾਫ਼ ਕਰ ਦਿੱਤਾ ਹੈ ਕਿ ਜਦ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਵਾ ਲਿਆ ਜਾਂਦਾ ਉਹ ਵਾਪਸ ਨਹੀਂ ਪਰਤਣਗੇ। ਸੋ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਕਿਸੇ ਹੋਰ ਇਲਾਕੇ 'ਚ ਜਾਣ ਦੀ ਇਜਾਜ਼ਤ ਨਹੀਂ ਹੈ, ਸਿਰਫ ਬੁਰਾੜੀ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰ ਸਕਦੇ ਨੇ ਤੇ ਇੱਥੇ ਪੱਕਾ ਮੋਰਚਾ ਲਗਾਇਆ ਜਾਣਾ ਹੈ ਜਾਂ ਨਹੀਂ, ਇਸ ਨੂੰ ਲੈ ਕੇ ਵੀ ਕਿਸਾਨਾਂ ਦੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਇਹ ਫੈਸਲਾ ਲਿਆ ਜਾਣਾ ਹੈ।
ਸੋ ਕਿਸਾਨ ਸੰਗਠਨਾਂ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਇਹ ਤੈਅ ਕੀਤਾ ਜਾਏਗਾ ਕਿ ਬੁਰਾੜੀ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਜਿਹੜਾ ਆ ਉਹ ਜਾਰੀ ਰੱਖਿਆ ਜਾਏਗਾ, ਪੱਕਾ ਮੋਰਚਾ ਲਗਾਇਆ ਜਾਏਗਾ ਜਾਂ ਨਹੀਂ। ਤੇ ਉਧਰ ਜੇਕਰ ਗੱਲ ਕਰੀਏ ਕਿਸਾਨਾਂ ਦੇ ਅੰਦੋਲਨ ਦੀ, ਤਾਂ ਬੇਸ਼ੱਕ ਕਿਸਾਨ ਅਜੇ ਵੀ ਡਟੇ ਹੋਏ ਨੇ ਤੇ ਉਧਰ ਗ੍ਰਹਿ ਮੰਤਰੀ ਦਿੱਲੀ ਸਰਕਾਰ ਦੇ ਵੱਲੋਂ ਵੀ ਹੁਣ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਗਿਆ ਹੈ। ਦੱਸ ਦਈਏ ਕਿ ਕੇਂਦਰ ਦੇ ਵੱਲੋਂ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਆਰਜੀ ਜੇਲ੍ਹ ਬਣਾਇਆ ਜਾਏ ਸਟੇਡੀਅਮ ਨੂੰ, ਜਿੱਥੇ ਕਿਸਾਨਾਂ ਨੂੰ ਰੱਖਿਆ ਜਾਏ, ਪਰ ਇੱਥੇ ਗ੍ਰਹਿ ਮੰਤਰਾਲੇ ਨੇ ਸਾਫ਼ ਮਨਾ ਕਰ ਦਿੱਤਾ ਹੈ। ਸਤਿੰਦਰ ਜੈਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ ਤੇ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰਨ ਦਾ ਹੱਕ ਹਰ ਨਾਗਰਿਕ ਨੂੰ ਹੈ, ਇਸ ਲਈ ਕਿਸੇ ਨੂੰ ਵੀ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਦਿੱਲੀ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਿਸ ਦੀ ਅਰਜ਼ੀ ਨੂੰ ਸਰਕਾਰ ਨੇ ਨਾ ਮਨਜ਼ੂਰ ਕਰ ਦਿੱਤਾ ਹੈ। ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਇੱਕ ਟਵੀਟ ਤੇ ਰਾਹੀਂ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਸ਼ਾਂਤਮਈ ਢੰਗ ਦੇ ਨਾਲ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਲਈ ਸਟੇਡੀਅਮ ਨੂੰ ਆਰਜੀ ਜੇਲ੍ਹ ਬਣਾਉਣ ਦੀ ਅਰਜ਼ੀ ਨੂੰ ਦਿੱਲੀ ਸਰਕਾਰ ਨੇ ਨਾ ਮਨਜ਼ੂਰ ਕਰ ਦਿੱਤਾ ਹੈ। ਦੱਸ ਦਈਏ ਕਿ ਕੇਜਰੀਵਾਲ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਆਰਜੀ ਜੇਲ੍ਹ ਨਹੀਂ ਬਣਾਈ ਜਾਏਗੀ ਤੇ ਨਾ ਹੀ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਏਗਾ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਜਿੱਥੇ ਚੰਡੀਗੜ੍ਹ ਦੇ ਵਿੱਚ ਦੁਪਹਿਰ 2 ਵਜੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਰੱਖੀ ਗਈ ਹੈ, ਜਿਸ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾਏਗੀ। ਚੰਡੀਗੜ੍ਹ ਦੇ ਵਿੱਚ ਇੱਕ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਹੈ। ਅਕਾਲੀ ਦਲ ਦੀ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰਾਂ ਹੋਣਗੀਆਂ। ਸੁਖਬੀਰ ਸਿੰਘ ਬਾਦਲ ਇਸ ਮੀਟਿੰਗ ਦੀ ਅਗਵਾਈ ਕਰਨਗੇ। ਉਧਰ ਨਵਾਂ ਸ਼ਹਿਰ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਮੁਲਾਜ਼ਮ ਨੇ 3 ਲੋਕਾਂ ਨੂੰ ਟੱਕਰ ਮਾਰੀ ਹੈ, ਜੋ ਕਿ ਨਸ਼ੇ ਵਿੱਚ ਧੁੱਤ ਦੱਸਿਆ ਜਾ ਰਿਹਾ ਸੀ। ਤੇ ਪੁਲਿਸ ਮੁਲਾਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਵੀ ਸਾਹਮਣੇ ਆਈਆਂ, ਜਿੱਥੇ ਇੱਕ ਪੁਲਿਸ ਮੁਲਾਜ਼ਮ ਜੋ ਕਿ ਨਸ਼ੇ ਵਿੱਚ ਧੁੱਤ ਦੱਸਿਆ ਜਾ ਰਿਹਾ ਹੈ, 3 ਲੋਕਾਂ ਨੂੰ ਉਸਨੇ ਟੱਕਰ ਮਾਰੀ ਹੈ। ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਧਰ ਪੁਲਿਸ ਮੁਲਾਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਰ 'ਚ ਸਵਾਰ ਇਹ ਪੁਲਿਸ ਮੁਲਾਜ਼ਮ ਨਸ਼ੇ 'ਚ ਧੁੱਤ ਹੈ ਤੇ 3 ਲੋਕਾਂ ਨੂੰ ਟੱਕਰ ਮਾਰੀ ਗਈ ਹੈ। ਤਾਂ ਜਾਣ ਤੋਂ ਪਹਿਲੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਹੈਡਲਾਈਨਸ ਦੇ ਵੱਲ। ਹਰਿਆਣਾ ਸਰਕਾਰ ਦੇ ਵੱਲੋਂ ਹਜ਼ਾਰਾਂ ਕਿਸਾਨ ਆਗੂਆਂ ਦੇ ਖਿਲਾਫ ਮਾਮਲਾ ਦਰਜ, ਬੈਰੀਕੇਡਿੰਗ ਤੋੜਨ ਤੇ ਪੁਲਿਸ ਨਾਲ ਉਲਝਣ ਦੇ ਲੱਗੇ ਇਲਜ਼ਾਮ। ਕਿਸਾਨਾਂ ਖਿਲਾਫ ਧਾਰਾ 307 ਵੀ ਲਗਾਈ। ਪੰਜਾਬ ਅੰਦਰ ਚੋਣਾਂ ਕਰਾਉਣ ਦਾ ਰਾਹ ਹੋਇਆ ਪੱਧਰਾ। ਨਗਰ ਕੌਂਸਲ ਚੋਣਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ। 13 ਫਰਵਰੀ 2021 ਤੱਕ ਚੋਣਾਂ ਕਰਵਾਉਣ ਦੇ ਹੁਕਮ। ਕਿਸਾਨਾਂ ਦੇ ਅੰਦੋਲਨ ਅੱਗੇ ਚੁੱਕੀ ਕੇਂਦਰ ਸਰਕਾਰ। ਬੁਰਾੜੀ ਗਰਾਊਂਡ ਵਿੱਚ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ। ਕਿਸਾਨਾਂ ਦਾ ਐਲਾਨ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਪਰਤਣਗੇ ਵਾਪਸ। ਪੱਕਾ ਮੋਰਚਾ ਲਾਉਣ ਤੇ ਵੀ ਕਿਸਾਨ ਅੱਜ ਲੈ ਸਕਦੇ ਨੇ ਫੈਸਲਾ। ਅੰਮ੍ਰਿਤਸਰ 'ਚ ਜਾਸੂਸੀ ਦੇ ਆਰੋਪ 'ਚ BSF ਜਵਾਨ ਗ੍ਰਿਫਤਾਰ। ਮੁਲਜ਼ਮ ਦੇ ਕੋਲੋਂ ਮੋਬਾਈਲ ਕੀਤਾ ਜ਼ਬਤ। ਪਾਕ ਦੀ ਖੂਫੀਆ ਏਜੰਸੀ ਨੂੰ ਸੰਦੇਸ਼ ਭੇਜਣ ਦੇ ਨੇ ਇਲਜ਼ਾਮ।
ਤੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਕਾਰ 'ਚ ਲੱਗੀ ਅੱਗ। ਸਮਾਂ ਰਹਿੰਦਿਆਂ ਕਾਰ ਸਵਾਰ ਨਿਕਲੇ ਬਾਹਰ। ਵਾਲ-ਵਾਲ ਹੋਇਆ ਪਰਿਵਾਰ ਦਾ ਬਚਾਅ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ਤੇ ਕਾਬੂ। ਤੇ ਹੁਣ ਤੱਕ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਤੁਹਾਡਾ ਕੋਈ ਵੀ ਸੁਝਾਅ ਜਾਂ ਖਬਰਾਂ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਨੋਟ ਕਰ ਲਓ, news@fastway.in। ਇਸ ਦੇ ਨਾਲ ਹੀ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। किसान मीटिंग